विधान सभा हल्का समराला तो कांग्रेस पार्टी के उम्मीदवार रुपिंदर सिंह गिल राजा गिल द्वारा आज नामजदगी पत्र दाखिल किया गया, जिस तो बाद प्रेस कॉन्फ्रेंस की गई, जिस विच उन्होंने ने कहा कि सब तो पहला उन्हों का मुख्य काम हल्के दे लोकां नूं आ रही समस्यावां दा हल करना होवेगा अते किसी भी किस्म का कोई भेदभाव नहीं रखा जाएगा। उन्होंने कहा कि आने वाले दिनों में समराला हल्के दे सारे ही कांग्रेसी वर्करां नूं अपने नाल चोण मुहिम विच ले जाण लई सफल हो जाणगे ते समराला हल्के तो यह सीट भारी बहुमत नाल जित के कांग्रेस की झोली विच पाणगे। आओ तुहानूं दिखाने आ उन्होंने पत्रकारां नाल गलबात करदिआं होर की विचार साझे कीते। किसी नूं किसी दी सिफारिश किसी नूं कोई गुमराह करके कोई कांग्रेस पार्टी की हाई कमांड तो फैसला करा हो गया वे, मैं समझदा नहीं हो सकता, क्योंकि जे गल हुंदी ਤਾਂ ਮੈਨੂੰ ਟਿਕਟ ਨਹੀਂ ਸੀ ਮਿਲਦੀ, ਨਾ ਇੱਥੇ ਮਿਲਦੀ ਸੀ ਨਾ ਸਾਹਨੇ ਵਾਲਾ ਮਿਲਦੀ। ਕਾਂਗਰਸ ਪਾਰਟੀ ਸਾਡੀ ਮਾਂ ਆ, ਅਸੀਂ ਇਹਨਾਂ ਜ਼ਿੰਦਗੀ 'ਚ ਗਦਾਰੀ ਨਹੀਂ ਕਰ ਸਕਦੇ। ਮੈਨੂੰ ਤਾਂ ਇੱਕੋ ਪਤਾ ਠੀਕ ਹੋ ਗਈ ਵੀ ਇਹ ਗੜੀ ਦੇ ਪੁਲ ਤੋਂ ਲੈ ਕੇ ਰਾਹੋਂ ਦੇ ਡਾਕਟਰ ਹੈ ਨਹੀਂ ਸਕੂਲਾਂ 'ਚ ਟੀਚਰ ਬਿਲਕੁਲ ਇਹ ਅਸੀਂ ਮੈਂ ਜੋ ਦੇਖਿਆ ਨਾ ਜੀ, ਇਹ ਤਾਂ MLA 117 ਬਣਨੀ ਬਣਨੇ ਆ, ਕੁਛ ਕਿੰਨੇ ਪਾਰਟੀ ਦੇ ਹੋਣਗੇ ਉਹ ਰਿਜ਼ਲਟ ਦੱਸੂਗਾ। ਮੈਂ ਕਹਿੰਦਾ ਜੀ ਸਿਰਫ ਹਲਕੇ ਦਾ ਹੀ ਵਿਕਾਸ ਹੋਊਗਾ, ਪਰ ਉਸ ਤੋਂ ਬਾਅਦ ਉਹ ਜਿਹੜਾ ਨੁਮਾਇੰਦਾ ਹੁੰਦਾ, ਜਿਹੜਾ ਵਿਧਾਇਕ ਬਣਦਾ, ਉਹਦੀ ਕਿੰਨੀ ਕੁ ਨੀਤ ਹੈ ਕੰਮ ਕਰਨ ਦੀ, ਕਿੰਨਾ ਕੁ ਆਪਣੇ ਉਸ 'ਤੇ ਟਾਈਮ ਦਿੰਦਾ, ਇਹ ਸਾਰਾ ਕੁਝ ਉਸ 'ਤੇ ਦਾਰਮਦਾਰ ਹੈ। ਜੋ ਲੱਗ ਰਿਹਾ ਹੈ ਜੀ, ਦੇਖੋ ਵੀ ਕਾਂਗਰਸ ਜਲਦੀ ਹੀ ਮੁੱਖ ਮੰਤਰੀ ਦਾ ਚਿਹਰਾ ਅਨਾਉਂਸ ਕਰ ਦੂਗੀ। ਵੀ ਤੁਹਾਨੂੰ ਜਿਹੜੀ ਟਿਕਟ ਮਿਲੀ ਆ ਰਿਸ਼ਤੇਦਾਰੀ ਕਰਕੇ ਮਿਲੀ ਆ, ਇਹਦੇ ਬਾਰੇ ਤੁਹਾਡਾ ਕੀ? ਰਿਸ਼ਤੇਦਾਰੀ ਕਰਕੇ ਜੀ ਦੇਖੋ, ਪਾਰਟੀ ਇਸ ਟਾਈਮ ਇਹ ਗੱਲਾਂ ਤੋਂ ਬਹੁਤ ਉੱਤੇ ਉੱਠ ਚੁੱਕੀ ਹੈ। ਰਿਸ਼ਤੇਦਾਰੀ ਕਹਿਣ ਨੂੰ ਆ ਵੀ ਫਿਰ ਰਿਸ਼ਤੇਦਾਰੀ ਹੈ, ਜਿਹਨੂੰ ਕਹਿੰਦੇ ਹੁੰਦੇ ਉਹ ਵੀ ਰਿਸ਼ਤੇਦਾਰੀ ਹੈ। ਫਿਰ ਇਹਨਾਂ ਨੂੰ ਇਹ ਗੱਲ ਦੱਸ ਦਿਓ ਵੀ ਜਿਹਨੂੰ ਕਹਿੰਦੇ ਹੁੰਦੇ ਆ ਵੀ ਰਿਸ਼ਤੇਦਾਰੀ ਕਰਕੇ ਟਿਕਟ, ਵੀ ਰਿਸ਼ਤੇਦਾਰੀ ਕਰਕੇ ਸਾਥ ਦੇ ਦੇਣ, ਪਰ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਰਿਸ਼ਤੇਦਾਰੀ ਕਰਕੇ ਇਹ ਟਿਕਟ ਨਹੀਂ ਮਿਲੀ। ਤੁਸੀਂ ਪ੍ਰੈਸ ਵਾਲੇ ਵੀਰ ਹੋ, ਤੁਸੀਂ ਜਿਹਨੂੰ ਕਹਿੰਦੇ ਹੁੰਦੇ ਆ, ਤੁਸੀਂ ਇਹ ਚੀਜ਼ ਦਾ ਪਤਾ ਕਰਾ ਲਓ। ਇਸ ਵਾਰ ਪਾਰਟੀ ਨੇ ਜਿਹੜਾ ਅਸਲੀ ਮਾਪਦੰਡ ਟਿਕਟ ਦੇਣ ਲਈ ਨਾਪਣਾ ਚਾਹੀਦਾ, ਉਹਨੂੰ ਦੇਖਦੇ ਹੋਏ ਪੂਰੇ ਪੰਜਾਬ ਦੇ ਵਿੱਚ ਟਿਕਟਾਂ ਦਿੱਤੀਆਂ। ਤੁਹਾਡੇ ਪ੍ਰਵਾਸ ਬੰਦੇ ਦੇ ਉਹ ਸੰਯੁਕਤ ਸਮਾਲ ਮੋਰਚੇ ਵਾਲ ਦੀ ਮਦਦ ਕਰਨ ਲਈ ਤੁਰ ਪਏ। ਗੱਲ ਇਹ ਹੈ ਜੀ, ਕਾਂਗਰਸ ਪਾਰਟੀ ਦੀ ਟਿਕਟ ਇੱਕ ਉਹ ਸਰਮਰੀਕ ਸਿੰਘ ਢਿੱਲੋਂ ਨੂੰ ਵੀ ਮਿਲ ਸਕਦੀ ਸੀ, ਕੁੰਨਰ ਪਰਿਵਾਰ ਨੂੰ ਵੀ ਮਿਲ ਸਕਦੀ ਸੀ, ਮੈਨੂੰ ਵੀ ਮਿਲ ਸਕਦੀ ਸੀ ਜਾਂ ਨਹੀਂ ਮਿਲ ਸਕਦੀ ਸੀ, ਜਾਂ ਕਿਸੇ ਹੋਰ ਨੂੰ ਵੀ ਮਿਲ ਸਕਦੀ ਸੀ, ਮਿੰਟੂ ਜੀ ਨੂੰ ਵੀ ਮਿਲ ਸਕਦੀ ਸੀ। ਤਾਂ ਜਦ ਇੱਕ ਨੂੰ ਮਿਲ ਜਾਣੀ ਹੈ ਤੇ ਦੂਜਾ ਨਾਰਾਜ਼ ਹੋ ਜਾਵੇ, ਪਰਿਵਾਰ ਇੱਕ ਹੈ, ਪਤਾ ਵੀ ਹੈ, ਟਿਕਟ ਵੀ ਇੱਕ ਹੈ, ਤਾਂ ਫਿਰ ਇਹ ਗੱਲਾਂ ਨੂੰ ਸਮਝਣਾ ਚਾਹੀਦਾ। ਕੋਈ ਬੱਚੇ ਨਹੀਂ ਹੈਗੇ ਆਪਾਂ, ਇਹੋ ਜਿਹੇ ਫੈਸਲੇ ਬੜੇ ਭਾਰੀ ਪੈਂਦੇ ਆ। ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ, ਦੇਖੋ ਇਹ ਤਾਂ ਇੱਕ ਵਿਧਾਨ ਸਭਾ ਹਲਕੇ ਦੀ ਆਪਾਂ ਗੱਲ ਕਰਦੇ ਹਾਂ, ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਪੂਰੇ ਸੂਬੇ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ 20-22 ਸਾਲ ਤੋਂ ਉਹ ਮਾਂ ਸੀ ਕਾਂਗਰਸ ਦੀ, ਸਮਝ ਲਓ ਕੈਪਟਨ ਅਮਰਿੰਦਰ ਸਿੰਘ। ਉਹਨਾਂ ਨੇ ਐਡਾ ਵੱਡਾ ਫੈਸਲਾ ਲੈ ਲਿਆ। ਲੋਕਾਂ ਦੀਆਂ ਸਮੱਸਿਆਵਾਂ ਨੇ, ਇੱਥੋਂ ਦੇ ਵਿਕਾਸ ਕਾਰਜ ਤੁਹਾਨੂੰ ਸਮਝ ਪੈ ਜਾਣਗੇ, ਪੈ ਗਏ ਕਿ ਪੈ ਜਾਣਗੇ ਕੀ ਸਮੱਸਿਆਵਾਂ ਤੁਸੀਂ ਕੀ ਦੇਖਿਆ ਵੀ ਇੱਥੇ ਲੋਕਾਂ ਨੂੰ ਕੀ ਮੁੱਢਲੀਆਂ ਸਵਾਲਾਂ ਕਿਹੜੀ ਚੀਜ਼ ਯੂਜ਼ ਹੈ ਜੀ? ਦੇਖੋ ਜਿਹੜੇ ਮੈਂ ਦੇਖਿਆ ਜੀ, ਜੋ ਇੱਕ ਤਾਂ ਪੂਰੇ ਵਿਧਾਨ ਸਭਾ ਹਲਕੇ ਦਾ ਜਿਹੜਾ ਵਰਕਰ ਹੈ ਨਾ, ਉਹਦਾ ਮਨੋਬਲ ਜਾਂ ਮੈਂ ਦੇਖਿਆ ਉਹ ਵੀ ਕਿਵੇਂ ਖੜਾ, ਮੈਂ ਸਮਝ ਤੋਂ ਬਾਹਰ ਹੈ ਵੀ ਜਿਸ ਦੇ ਵਿੱਚ ਉਹਨਾਂ ਦੀ ਪਿਛਲੇ ਲੰਬੇ ਸਮੇਂ ਤੋਂ ਜੋ ਲੱਗ ਰਿਹਾ ਸੀਗਾ, ਸਰਕਾਰ ਵੀ ਹੁਣ ਤਾਂ ਕਾਂਗਰਸ ਦੀ ਵੀ ਉਹਨਾਂ ਨੂੰ ਪਤਾ ਨਹੀਂ ਇਗਨੋਰ ਕੀਤਾ ਗਿਆ ਜਾਂ ਉਹਨਾਂ ਦੀ ਕੋਈ ਗੱਲ ਪਹੁੰਚੀ ਨਹੀਂ, ਕੀ ਵਿੱਚ ਦਾ ਸਿਸਟਮ ਮੈਨੂੰ ਇੱਥੇ ਦਾ ਨਹੀਂ ਪਤਾ, ਮੈਂ ਉਹਦੇ ਬਾਰੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ। ਅਤੇ ਉਹਦੇ ਬਾਵਜੂਦ ਇੰਨਾ ਮਜ਼ਬੂਤ ਖੜਾ ਵੀ ਉਹਨਾਂ ਦਾ ਮਨੋਬਲ ਚੱਕਣ ਦੀ ਲੋੜ ਹੈ ਅਤੇ ਉਹਨਾਂ ਦਾ ਸਾਥ ਦੇਣ ਦੀ ਲੋੜ ਹੈ। ਅਤੇ ਉਸ ਦੇ ਨਾਲ ਜਿਹੜਾ ਸਭ ਤੋਂ ਵੱਡੀ ਜਿਹੜੀ ਗੱਲ ਹੈਗੀ ਆ, ਉਹ ਹੈਗੀ ਜਿਹੜਾ ਭ੍ਰਿਸ਼ਟਾਚਾਰ ਹੈ, ਚਾਹੇ ਉਹ ਥਾਣਿਆਂ ਦਾ ਹੋਵੇ, ਚਾਹੇ ਤਹਿਸੀਲ ਦਾ ਹੋਵੇ, ਚਾਹੇ ਉਹ ਮਿਊਨਿਸਪਲ ਕੌਂਸਲ ਦਾ ਹੋਵੇ, ਵੀ ਉਹਨੂੰ ਨੱਥ ਪਾਉਣ ਦੀ ਲੋੜ ਹੈ। ਜਿਹੜੀ ਗੱਲ ਹੈ ਵੀ ਕਿਵੇਂ ਕਰੋਗੇ, ਤਾਂ ਮੈਂ ਤਾਂ ਦੇਖੋ ਸੋਸ਼ਲਾਈਜ਼ਿੰਗ ਵੀ ਕੀਤੀ ਹੈ, ਪੋਲੀਟੀਕਲ ਉਹ ਵੀ ਕੀਤਾ, ਬਿਜ਼ਨਸ ਵੀ ਕੀਤਾ, ਤਿੰਨੇ ਫੀਲਡ ਦੇ ਵਿੱਚ ਇਕੱਠਾ ਕੰਮ ਕੀਤਾ। ਟਿਕਟ ਮੈਨੂੰ ਹੁਣ ਮਿਲੀ ਹੈ, ਪਰ ਮੈਂ ਐਜ਼ ਏ ਵਰਕਰ ਪਾਰਟੀ ਦੇ ਵਿੱਚ ਕੰਮ ਕਰ ਰਿਹਾ ਲੰਬੇ ਸਮੇਂ ਤੋਂ। ਮੈਂ ਚੋਣ ਲੜਨੀ, ਮੈਂ ਕਈ ਚੋਣਾਂ ਜਿਹਨੂੰ ਕਹਿੰਦੇ ਹੁੰਦੇ ਆ, ਮੈਂ ਅੱਜ ਤੱਕ ਸਿਰਫ ਕਹਿ ਸਕਦਾ ਜਿੱਥੇ ਵੀ ਮੈਨੂੰ ਕਿਸੇ ਨੇ ਇੰਚਾਰਜ ਲਾਇਆ ਤਾਂ ਜਾਂ ਮੈਂ ਕਿਸੇ ਲਈ ਕੰਮ ਕੀਤਾ, ਸਿਰਫ ਇੱਕ ਵਾਰ ਉਹ ਚੋਣ ਸਰ ਸਾਧੂ ਸਿੰਘ ਧਰਮਸੋਤ ਜਾਂ ਫਤਿਹਗੜ੍ਹ ਸਾਹਿਬ ਸੀਟ ਉਹਨਾਂ ਨੂੰ 2014 'ਚ ਦਿੱਤੀ ਗਈ। ਉਦੋਂ ਅਸੀਂ
ਕਾਂਗਰਸ ਪਾਰਟੀ ਹਾਰੀ ਹੈ। ਨਹੀਂ ਤਾਂ ਅੱਜ ਤੱਕ ਜਿੰਨੀਆਂ ਵੀ ਚੋਣਾਂ ਤਕਰੀਬਨ 8-10 ਚੋਣਾਂ ਲੜੀ ਹੈ ਕਾਂਗਰਸ ਪਾਰਟੀ, ਮੈਂ ਜਿਸ ਦੇ ਵਿੱਚ ਬੜਾ ਮੋਢੀ ਹੋ ਕੇ ਕੰਮ ਕੀਤਾ ਤੇ ਅੱਜ ਤੱਕ ਅਸੀਂ ਕਦੇ ਹਾਰ ਨਹੀਂ ਸਕਦਾ। ਹਾਰ ਪਾਰਟੀ ਦੇ ਸਾਰੇ ਜਿਹੜੇ ਹੈਗੇ ਨੁਮਾਇੰਦੇ ਉਹ ਵੀ ਇਹ ਚਾਹੁੰਦੇ ਆ ਵੀ ਇਸ ਵਾਰ ਜਿਹੜੀ ਚੋਣ ਹੈ ਉਹ ਮੁੱਖ ਮੰਤਰੀ ਦੱਸ ਕੇ ਲੜੀ ਜਾਣੀ ਚਾਹੀਦੀ ਹੈ ਤੇ ਮੈਨੂੰ ਲੱਗ ਰਿਹਾ ਹੈ ਵੀ ਆਉਣ ਵਾਲੇ 5-7 ਦਿਨਾਂ ਦੇ ਵਿੱਚ ਇਹ ਹੋਣ ਜਾਊਗਾ। ਸਰ ਮਾਛੀਵਾੜਾ ਦੇ ਕੌਂਸਲਰਾਂ ਦਾ ਸਾਥ ਤੁਹਾਨੂੰ ਮਿਲ ਰਿਹਾ ਜਾਂ ਨਹੀਂ ਮਿਲ ਰਿਹਾ? ਬਿਲਕੁਲ ਜੀ, ਮੈਂ ਮਾਛੀਵਾੜਾ ਸਾਹਿਬ ਦੇ ਕੌਂਸਲਰ ਸਾਰਿਆਂ ਨਾਲ ਮੇਰੀ ਮੁਲਾਕਾਤ ਵੀ ਹੋ ਗਈ, ਮੇਰੇ ਸੰਪਰਕ 'ਚ ਵੀ ਉਹ ਹੈਗੇ ਹੈ ਤੇ ਸਭ ਨੂੰ ਦੇਖੋ ਚਾਹੇ ਜੋ ਮਰਜ਼ੀ ਕਹੀਏ, ਇੱਕ ਵਾਰ ਨਵਾਂ ਰਿਸ਼ਤਾ ਸਮਾਂ ਕੇ ਵਧੀਆ। ਮੈਂ ਤਾਂ ਕਹਿਣਾ ਵੀ ਨਵਾਂ ਰਿਸ਼ਤਾ ਜੇ ਆਪਾਂ ਜਿਹਨੂੰ ਕਹਿੰਦੇ ਹੁੰਦੇ ਆ, ਜੇ ਕੋਈ ਵਿਆਹ ਕਰਨਾ ਹੋਵੇ ਤੇ ਆਪਾਂ ਮੁੰਡੇ ਕੁੜੀ ਨੂੰ ਉਹ ਕਰਦੇ ਆ ਤਾਂ ਪੂਰਾ ਠੋਕ ਵਜਾ ਕੇ ਚੈੱਕ ਕਰਕੇ ਪਤਾ ਕਰਾ ਕੇ ਉਹ ਤੋਂ ਬਾਅਦ ਰਿਸ਼ਤਾ ਕਰਦੇ। ਇਹ ਤਾਂ ਸਮੇਂ ਹੀ, ਜੇ ਟਿਕਟ 27 ਤਰੀਕ ਨੂੰ ਮਿਲੀ ਹੈ ਤੇ ਅੱਜ 31 ਤਰੀਕ ਹੈਗਾ ਹੀ ਹੈ, ਇਹ ਤਾਂ ਸਮੇਂ ਹੀ ਬਹੁਤ ਥੋੜ੍ਹਾ। ਤਾਂ ਤੁਸੀਂ ਦੇਖਦੇ ਜਾਓਗੇ ਵੀ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਸਭ ਤੋਂ ਅੱਗੇ ਨਿਕਲ ਜਾਵਾਂਗੇ। ਸਾਡਾ ਕਿਸੇ ਨਾਲ ਕੋਈ ਰਿਹਾਇਸ਼ ਤੁਹਾਡੀ ਉਰੇ ਦੇਖੋ ਜੋ ਸੱਚ ਆ ਉਹ ਤਾਂ ਸੱਚੇ ਰਹਿਣਾ। ਮੈਂ ਜਿਹਨੂੰ ਕਹਿੰਦੇ ਹੁੰਦੇ ਆ ਸਾਨੇਵਾਲ ਵਿਧਾਨ ਸਭਾ ਹਲਕਾ ਵੀ ਜਦ ਤੋਂ ਬਣਿਆ ਉਹ ਕਾਂਗਰਸ ਪਾਰਟੀ ਅੱਜ ਤੱਕ ਨਹੀਂ ਜਿੱਤੀ ਉੱਥੋਂ। 2012 ਦੀ ਵਿਧਾਨ ਸਭਾ ਹਾਰੀ, 2014 ਦੀ ਲੋਕ ਸਭਾ ਹਾਰੀ, 2017 ਦੀ ਵਿਧਾਨ ਸਭਾ ਹਾਰੀ, 2019 ਦੀ ਲੋਕ ਸਭਾ ਹਾਰੀ। ਜੇ ਮੈਂ ਐਡਾ ਬੜਾ ਚੈਲੰਜ ਸਾਨੇਵਾਲ 'ਚ ਲੈ ਕੇ ਤੁਰਿਆ ਸੀਗਾ ਵੀ ਮੈਂ ਇੱਥੇ ਚੋਣ ਲੜੂੰਗਾ ਤੇ ਮੈਂ ਚੋਣ ਜਿੱਤੂੰਗਾ, ਤਾਂ ਜਿਹਨੂੰ ਕਹਿੰਦੇ ਹੁੰਦੇ ਆ ਉਹ ਪਾਰਟੀ ਨੇ ਉਸ ਟਾਈਮ ਮੇਰਾ ਜਿਹੜਾ 6-7 ਮਹੀਨੇ ਮੈਂ ਟੱਕਰ ਸਾਹਿਬ ਉੱਥੇ ਕੰਮ ਕੀਤਾ, ਉਹ ਕੰਮ ਨੂੰ ਮੇਰੇ ਦੇਖਦੇ ਹੋਏ ਵੀ ਜੀ ਜਦ 6-7 ਮਹੀਨਿਆਂ ਦੇ ਵਿੱਚ ਇਹ ਪਾਰਟੀ ਨੂੰ ਨਾਲ ਲੈ ਕੇ ਵੀ ਬੰਦਾ ਇੰਨੀ ਆਪਣੀ ਲੋਕਾਂ 'ਚ ਗੱਲ ਬਣਾ ਗਿਆ, ਤਾਂ ਉਹ ਕੁਛ ਦੇਖਦੇ ਹੋਏ ਮੈਨੂੰ ਪਿਛਲੇ ਮਹੀਨੇ ਜ਼ਿਲ੍ਹੇ ਦਾ ਪ੍ਰਧਾਨ ਬਣਾਇਆ। ਕਹ ਦੇਵੇ ਵੀ ਮੈਂ ਸਾਰੇ ਮੇਰੇ ਸਾਥੀ ਨਾਲ ਹੈ, ਜਿਹਨੂੰ ਕਹਿੰਦੇ ਹੁੰਦੇ ਆ ਜਿੰਨੀ ਕੁ ਗੱਲ ਕਿਸੇ ਵੀ ਸਾਡੇ ਸਾਥੀ ਨੇ ਮੇਰੇ ਨਾਲ ਕਰਨੀ ਸੀ, ਚਾਹੇ ਇਕੱਲੇ ਨੇ ਕਰਨੀ ਸੀ ਜਾਂ ਕੁਛ ਸਾਡੀ ਹੋ ਚੁੱਕੀ, ਤੇ ਸਭ ਨੇ ਇਹ ਹੁਣ ਪ੍ਰਣ ਕਰ ਲਿਆ ਵੀ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਤੇ ਸੀਟ ਨੂੰ ਜਿੱਤਣ ਲਈ ਆਪਾਂ ਇਕਜੁੱਟ ਹੋ ਕੇ ਇਹ ਚੋਣ ਲੜੀਏ। ਹੋ ਜਾਂਦਾ ਮੈਂ ਕਿਹਾ ਵੀ ਨਵਾਂ ਹਲਕਾ, ਮੈਂ ਨਹੀਂ ਚਾਹੁੰਦਾ ਵੀ ਜਿਹਨੂੰ ਕਹਿੰਦੇ ਹੁੰਦੇ ਆ ਵੀ ਕੋਈ ਕਮੀ ਰਹਿ ਜਾਵੇ ਕਿਸੇ ਗੱਲ ਦੀ, ਤਾਂ ਮੈਂ ਆਪਣੇ ਪਰਿਵਾਰ ਸਮੇਤ ਇੱਥੇ ਸ਼ਿਫਟ ਕੀਤਾ। ਆ ਜਿਹੜਾ ਕੁਝ ਤੁਸੀਂ ਦੇਖ ਰਹੇ ਹੋ, ਮੈਂ ਸਿੱਧੂ ਪਰਿਵਾਰ ਦਾ ਜਿਨ੍ਹਾਂ ਨੇ ਮੈਨੂੰ ਆਪਣਾ ਇਹ ਗ੍ਰਹਿ ਦਿੱਤਾ, ਉਹਨਾਂ ਦਾ ਬਹੁਤ ਧੰਨਵਾਦੀ ਹੈ। ਸਾਰਾ ਕੁਝ ਉਹਨਾਂ ਨੇ ਹੀ ਮੈਨੂੰ ਕੀਤਾ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਵੀ ਇਹ ਤੁਹਾਡਾ ਹੀ ਆ, ਵੀ ਇਹ ਰਜਿਸਟਰੀ ਨਹੀਂ ਕਰਾ। ਮੈਂ ਕਿਹਾ ਵੀ ਗੱਲ ਇਹ ਹੈਗੀ ਹੈ, ਚੋਣ ਲੜਨੀ ਵੀ ਹੈ, ਚੋਣ ਜਿੱਤਣੀ ਵੀ ਹੈ। ਤੇ ਉਹ ਇਲਾਕਾ ਜਿਹੜਾ ਸਮਰਾਲੇ ਵਾਲਾ ਇਲਾਕਾ, ਉਹ ਮੇਰੇ ਪਿਤਾ ਦੇ ਸਮੇਂ ਦਾ, ਜਦੋਂ ਮੇਰੇ ਪਿਤਾ 3 ਵਾਰ ਚੋਣ ਲੜੇ ਆ, ਉਦੋਂ ਤੋਂ ਉਹ ਇਲਾਕਾ ਸਮਰਾਲਾ ਵਿਧਾਨ ਸਭਾ ਹਲਕੇ ਦਾ ਸੀਗਾ। ਉੱਥੇ ਤਾਂ ਜਦ ਮੈਂ ਕਈ ਪਿੰਡਾਂ 'ਚ ਗਿਆ ਤਾਂ ਉਹਨਾਂ ਨੇ ਇਹ ਗੱਲ ਕਹੀ ਜੀ ਵੀ ਤੁਸੀਂ ਜਿਹਨੂੰ ਕਹਿੰਦੇ ਹੁੰਦੇ ਆ ਵੀ ਇੱਕ ਗੇੜਾ ਵੀ ਕੱਢ ਦਿਓ ਨਾ ਜੀਪ 'ਚ ਖੜਾ ਹੋ ਕੇ, ਤਾਂ ਜਿਹਨੂੰ ਕਹਿੰਦੇ ਹੁੰਦੇ ਆ ਸਾਰੀਆਂ ਵੋਟਾਂ ਤੁਹਾਨੂੰ ਪੈ ਜਾਣਗੀਆਂ। ਇੱਥੇ ਤੱਕ ਵੀ ਜਿਹੜੇ ਬੋਰਡ ਪੋਸਟਰ ਚੇਅਰਮੈਨ ਸਾਹਿਬ ਉੱਥੇ ਲੋਕ ਲਾਉਣ ਜਾਂਦੇ ਆ, ਲੋਕੀ ਬਾਹਾਂ ਫੜ ਕੇ ਵੀ ਸਾਡੇ ਇੱਥੇ ਲਾਓ, ਸਾਡੇ ਇੱਥੇ ਲਾਓ। ਅਸੀਂ ਜਿੱਤੀ ਤਾਂ ਬਹੁਤ, ਮੈਂ ਵੀ ਜਿਹਨੂੰ ਕਹਿੰਦੇ ਹੁੰਦੇ 25 ਸਾਲ ਦੇ ਸਮੇਂ ਦੇ ਵਿੱਚ ਬੜੇ ਸੰਘਰਸ਼ ਕੀਤੇ ਆ, ਬੜੀਆਂ ਮੈਂ ਵੀ ਜਿਹਨੂੰ ਕਹਿੰਦੇ ਹੁੰਦੇ ਆ ਕੁਰਬਾਨੀਆਂ ਤਾਂ ਮੈਂ ਕਈ ਕਹਾਂ ਬਲੀ ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ। ਕਹੇ ਜਿਹੇ ਮੌਕੇ ਆਏ ਜਦ ਪਤਾ ਹੁੰਦਾ ਵੀ ਫੈਸਲਾ ਕੀ ਲੈਣਾ। 2011 ਦੇ ਵਿੱਚ ਜਾਂ ਹਲਕਾਬੰਦੀ ਹੋਈ, ਸਰ ਗੁਰਕੀਰਤ ਸਿੰਘ ਨੂੰ ਨੇ ਪੈਲ ਰਿਜ਼ਰਵ ਹੋ ਗਿਆ, ਸਰ ਬਿਆਨ ਸਿੰਘ ਦਾ ਹਲਕਾ, ਉੱਥੋਂ ਜਿਹਨੂੰ ਕਹਿੰਦੇ ਚੋਣ ਲੜਦੇ ਹੁੰਦੇ ਸੀ, ਤਾਂ ਉਹਨਾਂ ਨੇ ਇੱਛਾ ਜ਼ਾਹਰ ਕੀਤੀ ਵੀ ਮੈਂ ਖੰਨੇ ਵਿਧਾਨ ਸਭਾ ਹਲਕੇ ਤੋਂ ਚੋਣ ਲੜਨੀ ਹੈ। ਮੈਂ ਵੀ ਇੱਛੁਕ ਸੀਗਾ, ਪਰ ਜਦੋਂ ਉਹ ਮੇਰੇ ਕੋਲ ਆ ਕੇ ਘਰੇ ਬੈਠੇ ਤਾਂ ਮੈਨੂੰ ਆ ਕੇ ਕਹਿੰਦੇ ਵੀ ਮੈਂ ਇੱਛਾ ਰੱਖਦਾ ਖੰਨੇ ਤੋਂ ਚੋਣ ਲੜਨ ਦੀ। ਮੈਂ ਉਹਨਾਂ ਨੂੰ ਇੱਕ ਵਾਰ ਗੱਲ ਕਹੀ, ਮੈਂ ਕਿਹਾ ਜੀ ਤੁਸੀਂ ਜੇ ਮੇਰੇ ਵੱਡੇ ਭਰਾ ਆ ਤੇ ਦੋਸਤ ਬਸ ਤਾਂ ਮਿੱਤਰਾਂ ਮੰਗਣ ਵਰਤਦੇ ਆ, ਮੈਂ ਉਹਨਾਂ ਨੂੰ ਕਿਹਾ ਜੀ ਤੁਸੀਂ ਬੜਾ ਵੱਡਾ ਤੁਹਾਡਾ ਨਾਮ ਹੈ ਸਰ ਬਿਆਨ ਸਿੰਘ ਦਾ, ਵੀ ਤੁਸੀਂ ਜੇ ਸਾਨੇਵਾਲ ਦੀ ਇੱਛਾ ਉਹ ਜ਼ਾਹਿਰ ਕਰ ਦਿਓ ਮੈਂ ਖੰਨੇ ਤੋਂ ਚੋਣ ਲੜ ਲੂੰਗਾ। ਤਾਂ ਉਹਨਾਂ ਨੇ ਕਿਹਾ ਨਹੀਂ, ਮੈਂ ਖੰਨੇ ਤੋਂ ਹੀ ਲੜਨਾ ਚਾਹੁੰਦਾ, ਤੁਸੀਂ ਸਾਨੇਵਾਲ ਦੀ ਉਹ ਕਰੋ। ਤਾਂ ਮੈਂ ਕਿਹਾ ਵੀ ਨਹੀਂ, ਇਹ ਗੱਲ ਠੀਕ ਨਹੀਂ, ਵੀ ਇਹ ਪਹਿਲਾਂ ਆਪਾਂ ਰਲ ਕੇ ਖੰਨੇ ਨੂੰ ਫਤਿਹ ਕਰੀਏ, ਫਿਰ ਸਮਾਂ ਆਊਗਾ ਕੋਈ। ਆ ਗੁਰੂ ਦੇ ਚਰਨਾਂ ਦੇ ਨੇੜੇ ਬੈਠੇ ਆ, ਬੜੀ ਕਿਰਪਾ ਹੈ। ਮੈਂ ਤਾਂ ਬਹੁਤ ਖੁਸ਼ਕਿਸਮਤ ਹਾਂ ਵੀ ਮੈਨੂੰ ਜਿਹੜਾ ਸਥਾਨ ਰਹਿਣ ਨੂੰ ਮਿਲਿਆ, ਵੀ ਉਹ ਆਪਣੇ ਬਿਲਕੁਲ ਰਾਤ ਸ਼ਾਮ ਨੂੰ ਆਉਣ ਲੱਗੇ, ਸਵੇਰੇ ਜਾਣ ਲੱਗੇ, ਅਤੇ ਰਾਤ ਸਵੇਰੇ ਉੱਠਦੇ ਸਾਰ ਕੀਰਤਨ ਸੁਣਨ ਨੂੰ ਮਿਲਦਾ, ਪਾਠ ਸੁਣਨ ਨੂੰ ਮਿਲਦਾ। ਮੈਂ ਤਾਂ ਬਹੁਤ ਕਿਸਮਤ ਵਾਲਾ। ਜਦ ਮੈਨੂੰ ਥੋੜ੍ਹਾ ਜਿਹਾ ਇਸ਼ਾਰਾ ਹੋਇਆ ਤਾਂ ਮੈਂ ਉਸ ਸਮੇਂ ਮੈਨੂੰ ਪਤਾ ਲੱਗਿਆ ਵੀ ਮੇਰੇ ਪਰਿਵਾਰ ਦਾ ਇੱਥੇ ਘਰ ਹੈਗਾ ਅਤੇ ਉਹਨੂੰ ਕੋਈ ਵਰਤ ਨਹੀਂ ਰਿਹਾ, ਤਾਂ ਮੈਂ ਉਰੇ ਆਇਆ ਅਤੇ ਮੈਂ ਦੇਖਿਆ, ਮੈਂ ਕਿਹਾ ਵੀ ਹਾਲਾਂਕਿ
ਮੇਰਾ ਫੈਸਲਾ ਇਹ ਫੈਸਲਾ ਹੋ ਸਕਦਾ ਕਿਉਂਕਿ ਸਮਰਾਲਾ ਵਿਧਾਨ ਸਭਾ ਹਲਕਾ ਹੈ, ਹਰ ਕੋਈ ਉਮੀਦਵਾਰ ਵੀ ਸਮਰਾਲੇ ਰਿਹਾਇਸ਼ ਕਰਦਾ। ਪੂਰਤੀ ਲਈ ਕੀ ਕਰੇਗੀ? ਜਿੱਥੇ ਤੱਕ ਮੈਨੂੰ ਦੇਖੋ ਜਿਹੜੀ ਵੋਟ ਹੈ ਜਾਂ ਜਿਹੜੀ ਜਿੱਤ ਹੈ ਨਾ ਜੀ, ਉਹ ਵਰਕਰ ਤੇ ਵੋਟਰ ਤੋਂ ਹੁੰਦੀ ਹੈ ਕਿਸੇ ਵੀ ਪਾਰਟੀ ਦੀ। ਕੁਝ ਬੰਦੇ ਇਹ ਸੋਚ ਲੈਂਦੇ ਆ ਵੀ ਸਾਡੇ ਕੋਲ ਬਹੁਤ ਵੱਡਾ ਵੋਟ ਬੈਂਕ ਹੈ। ਮੈਨੂੰ ਚੰਗੀ ਤਰ੍ਹਾਂ ਯਾਦ ਹੈ 2009 ਦੇ ਵਿੱਚ ਸਰ ਸੁਖਦੇਵ ਸਿੰਘ ਲਿਬੜਾ ਨੇ ਅਕਾਲੀ ਦਲ ਛੱਡ ਕੇ ਨਿਊਕਲੀਅਰ ਡੀਲ, ਡਾਕਟਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸੀ, ਉਹਨਾਂ ਨੇ ਉਸ ਦੇ ਵਿੱਚ ਵੋਟ ਪਾਈ ਸੀ ਜਦ, ਤਾਂ ਉਸ ਤੋਂ ਬਾਅਦ ਅਕਾਲੀ ਦਲ ਨੇ ਉਹਨਾਂ ਨੂੰ ਕੱਢਤਾ ਸੀ ਤੇ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਇਸੇ ਫਤਿਹਗੜ੍ਹ ਸਾਹਿਬ ਸੀਟ ਤੋਂ ਨੁਮਾਇੰਦਾ ਬਣਾਤਾ ਸੀ। ਉਹ ਟਿਕਟ ਲੈ ਕੇ ਸਿੱਧੇ ਮੇਰੇ ਘਰੇ ਆਏ ਕਿਉਂਕਿ ਕਾਂਗਰਸ ਦੇ ਵਿੱਚ ਉਹਨਾਂ ਦਾ ਕੋਈ ਕਲਚਰ ਨਹੀਂ, ਉਹਨਾਂ ਨੂੰ ਕਿਸੇ ਦਾ ਪਤਾ ਨਹੀਂ ਸੀ। ਅੱਜ ਤੋਂ ਮੈਂ 13 ਸਾਲ ਪੁਰਾਣੀ ਗੱਲ ਦੱਸ ਰਿਹਾ। ਮੇਰੇ ਕੋਲ ਆ ਕੇ ਬੈਠ ਗਏ ਤੇ ਮੈਨੂੰ ਕਹਿੰਦੇ ਸਰ ਕਮਲਜੀਤ ਸਿੰਘ ਗਿੱਲ ਸਾਡੇ ਮੁੱਖ ਚੋਣ ਦਫ਼ਤਰ ਦੇ ਇੰਚਾਰਜ ਹੈ, ਸਾਡਾ ਪਰਿਵਾਰ 'ਚੋਂ ਹੀ ਉੱਥੇ ਬੈਠੇ ਆ ਉਹਨਾਂ ਦੇ ਨਾਲ, ਕਿਉਂਕਿ ਉਹਨਾਂ ਦੇ ਬੜੇ ਨੇੜੇ ਦੇ ਸੰਬੰਧ ਸੀ। ਤੇ ਮੈਨੂੰ ਆ ਕੇ ਕਹਿੰਦੇ ਜੀ ਕਾਕਾ ਜੀ ਬੜੇ ਸੀਨੀਅਰ ਉਮਰ 'ਚ ਬਹੁਤ ਵੱਡੇ, ਕਹਿੰਦੇ ਵੀ ਟਿਕਟ ਮੈਨੂੰ ਮਿਲ ਗਈ ਪਰ ਮੇਰਾ ਸਾਰਾ ਜਿਹੜਾ ਚੋਣ ਹੈ ਉਹ ਤੁਸੀਂ ਦੇਖਣੀ ਹੈ। ਮੈਂ ਵਿਚਰ ਰਿਹਾ ਸਮਾਜਿਕ ਤੌਰ 'ਤੇ ਵੀ, ਤਾਂ ਉਹ ਮੈਂ ਕੋਈ ਇਹੋ ਜਿਹੀ ਗਲਤੀ ਕੀਤੀ ਹੋਵੇ ਤੁਸੀਂ ਪੁੱਛ ਸਕਦੇ ਹੋ ਉਹਨਾਂ ਨੂੰ ਵੀ ਉਹਨਾਂ ਦੇ ਇੱਜ਼ਤ ਮਾਣ ਸਤਿਕਾਰ ਨੂੰ ਲੈ ਕੇ ਕਦੇ ਵੀ ਕਿਤੇ ਉਹਨਾਂ ਨੂੰ ਲੱਗੇ ਵੀ ਜੀ ਅੱਜ ਟਿਕਟ ਲੈ ਕੇ ਹੁਣ ਵੀ ਸਾਨੂੰ ਕਹਿੰਦੇ ਨਾਲ ਚੱਲੋ, ਵੀ ਅੱਜ ਤੱਕ ਤਾਂ ਸਾਨੂੰ ਕਦੇ ਫਤਿਹ ਨਹੀਂ ਬੁਲਾਈ, ਅੱਜ ਤੱਕ ਤਾਂ ਸਾਡੀ ਕਦੇ ਇੱਜ਼ਤ ਨਹੀਂ ਕੀਤੀ। ਪਰ ਇਹ ਜਿਹਨੂੰ ਕਹਿੰਦੇ ਇਹ ਫੈਸਲਾ ਮੈਂ ਉਹਨਾਂ ਨੂੰ ਵੀ ਬੇਨਤੀ ਆ, ਅਪੀਲ ਹੈ ਇੱਕ ਵਾਰ ਜ਼ਰੂਰ ਇਹਨੂੰ ਕਿਉਂਕਿ ਜਿਹਨੂੰ ਕਹਿੰਦੇ ਜਿਹੜੀ ਚੋਣ ਹੈ ਨਾ ਜੀ, ਉਹ 'ਚ ਪਰਿਵਾਰ ਇਕੱਠਾ ਚਾਹੀਦਾ। ਜੇ ਆਪਾਂ ਮੈਂ ਇਹ ਗੱਲ ਕਹਾਂ ਵੀ ਜੀ ਨਹੀਂ ਪਾਰਟੀ ਨਹੀਂ ਨੁਕਸਾਨ ਹੋਊਗਾ, ਦੇਖੋ ਹੁੰਦਾ ਘੱਟ ਹੋਵੇ ਵੱਧ ਹੋਵੇ, ਜੇ ਇੱਕ ਵਰਕਰ ਦਾ ਵੀ ਟੁੱਟ ਜਾਣਾ ਨੁਕਸਾਨ ਹੁੰਦਾ ਉਹ ਤਾਂ ਫਿਰ ਨਾਮਵਰ ਪਰਿਵਾਰ ਹੈ। ਤਾਂ ਮੇਰੀ ਤੁਹਾਡੇ ਰਾਹੀਂ ਉਹਨਾਂ ਨੂੰ ਇਹੀ ਅਪੀਲ ਹੈ ਵੀ ਉਹ ਵੀ ਵਿਚਾਰਨ ਇਸ ਗੱਲ। ਉਹ ਨਾਰਾਜ਼ ਚੱਲੇ ਆ ਰਹੇ ਨੇ, ਤੁਸੀਂ ਉਹਨਾਂ ਨੂੰ ਮਨਾਉਣ 'ਚ ਕੀ ਸਫਲ ਹੋਈ ਨਹੀਂ ਅਜੇ ਜੀ? ਜੀ ਨਹੀਂ, ਮੈਂ ਪੂਰੀ ਕੋਸ਼ਿਸ਼ ਕੀਤੀ, ਪੂਰੀ ਕਾਂਗਰਸ ਦੇ ਅਹੁਦੇਦਾਰਾਂ ਨੇ ਵਰਕਰਾਂ ਨੇ ਕੋਸ਼ਿਸ਼ ਕੀਤੀ, ਪਰ ਮੈਨੂੰ ਲੱਗਦਾ ਸਰ ਅਮਰੀਕ ਸਿੰਘ ਢਿੱਲੋਂ ਜਿਹਨੂੰ ਕਹਿੰਦੇ ਹੁੰਦੇ ਆ ਵੀ ਕੁਛ ਹੱਦ ਤੱਕ ਨਰਮ ਪਏ ਹੈ, ਪਰ ਕੁਛ ਪਰਿਵਾਰ ਦੀਆਂ ਮਜਬੂਰੀਆਂ ਹੋ ਸਕਦੀਆਂ ਜਿਸ ਕਰਕੇ ਉਹ ਇਹ ਫੈਸਲੇ 'ਤੇ ਫਿਰ ਖੜ੍ਹੇ ਆ। ਪਰ ਹਜੇ ਉਮੀਦ ਜਾਗਦੀ ਹੈ ਕਿਉਂਕਿ ਹਜੇ ਵਿਡਰਾਅਲ ਦੀ ਜਿਹੜੀ ਡੇਟ ਹੈਗੀ ਆ ਉਹ ਹੈਗੀ ਆ, ਤਾਂ ਉਮੀਦ ਕਰਦੇ ਆ ਵੀ ਮੇਰੀ ਉਹਨਾਂ ਨੂੰ ਬੇਨਤੀ ਹੈ ਵੀ ਉਹ ਇਹ ਜਿਹੜੀ ਨਾਮਜ਼ਦਗੀ ਆ ਆਪਣੀ ਵਾਪਸ ਲੈਣ। ਮਾਛੀਵਾੜਾ ਬਲਾਕ ਦੇ ਜਿਹੜੇ ਤੁਹਾਡੇ ਪਾਰਟੀ ਦੇ ਅਹੁਦੇਦਾਰ ਆ ਜੀ, ਉਹ ਹਾਲੇ ਤੱਕ ਕਿਉਂ ਨਹੀਂ ਸਰਗਰਮੀ ਦਿਖਾ ਰਹੇ? ਦੇਖੋ ਜੀ, ਜਿਹੜਾ ਇਹ ਫੈਸਲਾ ਕਾਂਗਰਸ ਪਾਰਟੀ ਨੇ ਦਿੱਤਾ ਉਹ ਕੋਈ ਵੀ ਇਸ ਲਈ ਤਿਆਰ ਨਹੀਂ ਸੀ। ਹਾਲਾਂਕਿ ਮੰਗ ਸੀਗੀ ਇੱਥੇ ਦੇ ਵਰਕਰ ਦੀ, ਇੱਥੇ ਦੇ ਅਹੁਦੇਦਾਰ ਦੀ ਮੰਗ ਸੀਗੀ, ਉਹ ਮੰਗ ਉੱਤੇ ਤੱਕ ਪਹੁੰਚੀ ਹਾਈ ਕਮਾਂਡ ਤੱਕ, ਤਾਂ ਐਡਾ ਬੜਾ ਫੈਸਲਾ ਲਿੱਤਾ ਗਿਆ। ਤੁਸੀਂ ਦੇਖ ਰਹੇ ਹੋਗੇ ਪੰਜਾਬ ਦੇ ਵਿੱਚ 117 ਵਿਧਾਨ ਸਭਾ ਜਿਹੜੇ ਹਲਕੇ ਹੈ ਉਸ ਦੀਆਂ ਜਿਹੜੀਆਂ ਟਿਕਟਾਂ ਦੀ ਵੱਢ ਹੋਈ ਹੈ, ਉਹ ਨਾਲ ਲੱਗਦਾ ਗੁਆਂਢੀ ਹਲਕਾ ਨਵਾਂ ਸ਼ਹਿਰ, ਉੱਥੇ ਦਾ ਜਿਹੜਾ ਮੌਜੂਦਾ MLA ਸੀਗਾ ਅੰਗਦ ਸੈਣੀ, ਤੁਸੀਂ ਕੱਲ੍ਹ ਲਿਸਟ ਆਈ ਹੈ ਕੱਲ੍ਹ ਸ਼ਾਮ ਨੂੰ, ਉਸ ਦੇ ਵਿੱਚ ਉਸ ਦਾ ਨਾਮ ਨਹੀਂ ਹੈ। ਜਲਾਲਾਬਾਦ ਤੋਂ ਸੁਖਬੀਰ ਬਾਦਲ ਨੂੰ ਹਰਾਉਣ ਵਾਲਾ ਜਿਹੜਾ ਕਾਂਗਰਸ ਪਾਰਟੀ ਦਾ ਉਮੀਦਵਾਰ ਹੈ ਉਹਦਾ ਨਾਮ ਨਹੀਂ ਹੈ। ਤਾਂ ਇਹੋ ਜਿਹੇ ਜਿੰਨੇ ਵੀ ਉਦਾਹਰਨ ਦਿੱਤੇ ਜਾਣ, ਇਸ ਵਾਰ ਕਾਂਗਰਸ ਪਾਰਟੀ ਨੇ ਬੜੀ ਸਖਤੀ ਦੇ ਨਾਲ ਫੈਸਲੇ ਲਏ ਹੈ। ਜਿਹੜੇ ਫੈਸਲੇ ਲਏ ਆ ਉਹ ਮੈਰਿਟ 'ਤੇ ਲਏ ਆ। ਅੱਜ ਤੁਸੀਂ ਜ਼ਿਆਦਾ ਸਰਗਰਮ ਹੋਏ ਹੋ, ਕੀ ਗੱਲ ਕੋਈ ਵਿਧਾਇਕ ਨਾਲ ਕੋਈ ਮਤਭੇਦ ਰਹੇ ਕਿ ਕਾਂਗਰਸ ਪਾਰਟੀ ਕੋਈ ਮਤਭੇਦ ਰਹੇ? ਕੋਈ ਮਤਭੇਦ ਨਹੀਂ ਨੇ। ਮੈਂ ਤਾਂ ਤੁਸੀਂ ਦੇਖੋ ਵੀ ਤਕਰੀਬਨ 85 ਸਾਲ ਤੋਂ ਮੈਂ ਤੇ ਮੇਰਾ ਪਰਿਵਾਰ ਮੁੱਢਲੀ ਕਤਾਰ 'ਚ ਖੜ੍ਹ ਕੇ ਲੜਾਈ ਲੜਦੇ ਹਾਂ ਕਾਂਗਰਸ ਦੀ। ਕੋਈ ਅਹੁਦੇਦਾਰੀ ਦਾ ਲਾਲਚ ਨਹੀਂ ਰਿਹਾ ਕਦੇ, ਕੋਈ ਹੋਰ ਨਹੀਂ ਰਿਹਾ। ਤੁਸੀਂ ਦੱਸੋ ਵੀ ਜਿਹੜਾ ਵੀ ਇਲੈਕਸ਼ਨ ਲੜਿਆ ਗਿਆ ਬੇਟ 'ਚੋਂ, ਉਹਦੇ 'ਚ ਅਸੀਂ ਫਰੰਟ 'ਤੇ ਰਹੇ ਹਾਂ ਕਿ ਨਹੀਂ ਰਹੇ? ਤੇ ਪਿਛਲੀ ਵਾਰ ਕਿੱਡਾ ਵੱਡਾ ਚੈਲੰਜ ਸੀ ਆਮ ਆਦਮੀ ਪਾਰਟੀ ਦਾ। ਹੁਣ ਤਾਂ ਬਿਲਕੁਲ ਇਹ ਨਹੀਂ, ਇੰਨਾ ਰੌਲਾ ਰੱਪਾ, ਐਡਾ ਵੱਡਾ ਰੌਲਾ ਰੱਪਾ ਸੀ। ਉੱਥੋਂ ਬੇਟ 'ਚੋਂ ਅਸੀਂ ਕਿੰਨੀਆਂ ਵੋਟਾਂ ਦੇ ਜਿੱਤਿਆ ਤੁਸੀਂ ਦੱਸੋ? ਅਸੀਂ 10 ਦਿਨ ਕੈਂਪ ਅਸੀਂ ਪਿੰਡੇ ਰੱਖ ਲਿਆ ਤਾਂ ਉਹਨਾਂ ਦਿਨਾਂ 'ਚ ਜਦੋਂ ਚੈਲੰਜ ਮਿਲਿਆ, ਮੈਂ ਮੇਰਾ ਸਾਥੀ ਕ੍ਰਿਸ਼ਨ ਲਾਲ, ਹੋਰ 2-4 ਸਾਥੀ ਸਾਡੇ ਰਹਿ ਗਏ ਤੇ ਸਿੰਦਰਪਾਲ ਜੀ ਬੈਠੇ ਆ, ਬਾਕੀ ਦਾ ਤਕਰੀਬਨ ਉਦੋਂ ਵੀ ਇਹੋ ਜਿਹੇ ਹਾਲਾਤ ਪੈਦਾ ਹੋ ਗਏ ਸੀ। ਇਸ ਵਾਰ ਕੀ ਰਹਿਣਗੇ ਬੇਟ ਦੇ ਹਾਲਾਤ? ਬਹੁਤ ਵਧੀਆ ਰਹਿਣਗੇ, ਬਹੁਤ ਵਧੀਆ ਰਹਿਣਗੇ, ਉਹਨਾਂ ਨਾਲੋਂ ਵੀ ਵਧੀਆ ਰਹਿਣਗੇ। ਵਰਕਰ ਸਾਡਾ ਉੱਦਾਂ ਹੀ ਖੜਾ, ਵਰਕਰ ਕਦੇ ਨਹੀਂ ਭੱਜਦਾ ਹੁੰਦਾ। ਵਰਕਰ ਆਪਣਾ ਬੱਚਾ ਆਪਣੀ ਮਾਂ ਨੂੰ ਛੱਡ ਕੇ ਭੱਜੂ? ਲੀਡਰ ਭੱਜਦਾ ਹੋਇਆ? ਨਹੀਂ, ਮੈਂ ਨਹੀਂ ਕਹਿੰਦਾ। ਜਿਹਨੂੰ ਕਹਿੰਦੇ ਹੁੰਦੇ ਆ ਮਿੰਟੂ ਜੀ, ਤੁਸੀਂ ਕਾਂਗਰਸ ਪਾਰਟੀ ਤੋਂ ਪਿੱਛੇ ਸਮੇਂ ਤੋਂ ਸਾਰੇ ਪ੍ਰੋਗਰਾਮ ਮਿਸ ਹੋ ਗਏ ਪੁੱਛਣਾ ਜੀ?
ਤੁਹਾਡਾ ਮੇਨ ਮੁਕਾਬਲਾ ਹੁਣ ਤੁਸੀਂ ਕਿਸ ਨਾਲ ਮੰਨਦੇ ਹੋ? ਜੀ, ਮੈਂ ਕਿਵੇਂ ਦੱਸ ਸਕਦਾ ਜੀ ਵੀ ਮੇਰਾ ਮੇਨ ਮੁਕਾਬਲਾ ਕਿਹਦੇ ਨਾਲ ਆ। ਮੇਰਾ ਚੈਲੰਜ ਤਾਂ ਇਹ ਹੈਗਾ ਵੀ ਸਭ ਤੋਂ ਵੱਡਾ ਵੋਟ ਬੈਂਕ ਕਾਂਗਰਸ ਪਾਰਟੀ ਦਾ ਹੈਗਾ। ਟੋਟਲ ਜਿੰਨੀ ਵੋਟ ਪਊਗੀ ਉਹਦਾ ਅੱਧ ਹਿੱਸਾ ਕਾਂਗਰਸ ਪਾਰਟੀ ਦਾ ਤੇ ਅੱਧ ਬਾਕੀਆਂ ਪਾਰਟੀਆਂ। ਸਰ ਮਾਛੀਵਾੜਾ ਸਾਹਿਬ ਤੋਂ ਜਿਹੜੇ ਵੱਡੇ ਚਿਹਰੇ ਆ ਕਾਂਗਰਸ ਦੇ ਉਹ ਉਰੇ ਦਿਖਾਈ ਨਹੀਂ ਦੇ ਰਹੇ ਕੀ ਮਾਛੀਵਾੜਾ ਸਾਹਿਬ ਤੋਂ ਜਿਹੜੇ ਕਾਂਗਰਸ ਦੇ ਵੱਡੇ ਚਿਹਰੇ ਨੇ ਮੰਨੇ ਜਾਂਦੇ ਉਹ ਨਹੀਂ ਦਿਖਾਈ। ਮੈਂ ਤੁਹਾਨੂੰ ਦੱਸੇ ਰਿਹਾ ਜੀ ਵੀ ਰਿਸ਼ਤਾ ਜਿਹਨੂੰ ਬਣਦੇ ਹੋਏ ਥੋੜਾ ਟਾਈਮ ਲੱਗਦਾ। ਮੈਂ ਤੁਹਾਨੂੰ ਕਿਸੇ ਨੂੰ ਵੀ ਤੁਸੀਂ ਕਿਉਂਕਿ ਸਾਰੇ ਮਾਛੀਵਾੜਾ ਸਾਹਿਬ ਦੇ ਹੋ ਤੁਹਾਨੂੰ ਸਾਰੀ ਗੱਲ ਦੇ ਮੈਂ ਤੁਹਾਨੂੰ ਕੋਈ ਗੁੰਮਰਾਹ ਨਹੀਂ ਕਰਨਾ ਚਾਹੁੰਦਾ। ਮੈਂ ਕੋਈ ਇਹੋ ਜਿਹੀ ਝੂਠੀ ਬਿਆਨਬਾਜ਼ੀ ਨਹੀਂ ਕਰਨਾ ਚਾਹੁੰਦਾ। ਸਾਰੇ ਮੇਰੇ ਸੰਪਰਕ 'ਚ ਇਹੀ ਗੱਲ ਸੇਮ ਜਿਹੜੀ ਸੀਗੀ ਸਮਰਾਲੇ ਬਲਾਕ ਦੀ ਸੀ ਜਾਂ ਸਮਰਾਲੇ ਸ਼ਹਿਰ ਦੀ ਸੀ ਤਾਂ ਉੱਥੇ ਹੋ ਗਈ। ਉੱਥੇ ਅੱਜ ਸਾਰਾ ਕੁਝ ਤੁਸੀਂ ਆਪ ਪਤਾ ਕਰਾ ਲਓ। ਤੁਹਾਡੇ ਪ੍ਰੈਸ ਵਾਲੇ ਵੀਰ ਉੱਥੇ ਵੀ ਬੈਠੇ ਹੋਣਗੇ, ਉਹਨਾਂ ਨੂੰ ਪੁੱਛ ਲਓ ਵੀ ਅੱਜ ਦਾ ਜਿਹੜਾ ਉੱਥੇ ਪ੍ਰੋਗਰਾਮ ਹੋਇਆ ਉਹਦੇ ਤੁਸੀਂ ਜੋ ਵੀ ਰਿਪੋਰਟ ਹੈ ਲੈ ਕੇ ਦੇਖ ਲਓ ਤੇ ਆਉਣ ਵਾਲੇ 2-3 ਦਿਨ ਦੇ ਵਿੱਚ ਤੁਸੀਂ ਦੇਖੋਗੇ ਵੀ ਠੀਕ ਹੈ ਅਸੀਂ ਸਟਾਰਟ ਕਾਂਗਰਸ ਪਾਰਟੀ ਲੇਟ ਲਊਗੀ ਪਰ ਸਭ ਤੋਂ ਮੂਹਰੇ ਨਿਕਲ ਜੂਗੀ ਜਦ ਰਿਜ਼ਲਟ ਆਊਗਾ। ਗਿੱਲ ਸਾਹਿਬ ਨੇ ਆਉਂਦਾ ਜੀ ਅਕਸਰ ਆ ਵੀ ਉਹਦੇ ਆਪਣਾ ਵਿਕਾਸ ਹੁੰਦਾ ਜਾਂ ਉਹਦੇ ਜਿਹੜੇ 5-7 ਉਹਦੀ ਜਿਹੜੇ ਨੇੜੇ ਦੇ ਨੇ ਕੋਈ ਰੇਤਾ ਵੇਚਦਾ ਕੁਛ ਵੇਚਦਾ ਉਹਨਾਂ ਦਾ ਵਿਕਾਸ ਹੁੰਦਾ। ਕੀ ਤੁਸੀਂ ਜਿੱਤਦੇ ਹੋ ਹਲਕੇ ਦਾ ਵਿਕਾਸ ਹੋ ਗਿਆ ਇਸ ਵਾਰ? ਕਿਸੇ ਨੂੰ ਜਿਹਨੂੰ ਕਹਿੰਦੇ ਹੁੰਦੇ ਜੇ ਕਿਸੇ ਨੇ ਆਪਣਾ ਵਿਕਾਸ ਕਰਨਾ ਆਪਣਾ ਕਾਰੋਬਾਰ ਕਰ ਲਵੇ ਜੋ ਉਹ ਕਾਰੋਬਾਰ ਕਰੇ ਜਿਹੜਾ ਹਲਕੇ ਦਾ ਜਿਹੜਾ ਲੋਕੀ ਰਹਿ ਰਹੇ ਆ ਜਿਹੜਾ ਉਹਨਾਂ ਦਾ ਨੁਕਸਾਨ ਨਾ ਕਰਦਾ ਹੋਵੇ। ਆਪਣੀ ਫੈਕਟਰੀ ਲਾ ਲਵੇ ਉਹ ਫੈਕਟਰੀ ਦਾ ਜਿਹਨੂੰ ਕਹਿੰਦੇ ਪ੍ਰੋਡਕਸ਼ਨ ਵਧਾ ਲਵੇ ਜੋ ਮਰਜ਼ੀ ਕਰ ਲਵੇ ਇੱਥੇ ਰੋਜ਼ਗਾਰ ਦੇ ਦੇਵੇ ਪਰ ਐਂ ਨਹੀਂ ਹੋ ਸਕਦਾ ਵੀ ਸਿਆਸਤ ਦੀ ਆੜ ਦੇ ਵਿੱਚ ਵੀ ਜਿਹਨੂੰ ਨਜਾਇਜ਼ ਫਾਇਦੇ ਚੱਕੇ ਜਾਣ। ਉਹ ਅਧਿਕਾਰ ਨਾ ਮੈਨੂੰ ਹੈ ਨਾ ਕਿਸੇ ਹੋਰ ਨੂੰ ਮਿਲਣਾ। ਹਲਕਾ ਕਾਫੀ ਵੱਡਾ ਹੈਗਾ, ਤੁਹਾਡੇ ਲਈ ਨਵਾਂ ਵੀ ਹੈ, ਦਿਨ ਥੋੜੇ ਨੇ ਚੋਣ ਮੁਹਿੰਮ ਦੇ ਲਈ, ਕਿਵੇਂ ਸਾਰੇ ਇਲਾਕੇ ਨੂੰ ਕਵਰ ਕਰ ਪਾਓਗੇ, ਸਾਰਾ ਤੱਕ ਸੰਪਰਕ ਪੈਦਾ ਕਰ ਸਕੋਗੇ? ਇਸ 'ਚ ਕੋਈ ਸ਼ੱਕ ਨਹੀਂ ਹਲਕਾ ਨਾਮ ਹੈ ਖਾਸ ਕਰਕੇ ਬਲਾਕ ਜਿਹੜਾ ਮਾਛੀਵਾੜਾ ਸਾਹਿਬ। ਮੈਨੂੰ ਆਪਣੇ ਸਾਥੀਆਂ ਦੀ ਤਾਕਤ ਤੇ ਪੂਰਾ ਵਿਸ਼ਵਾਸ ਹੈ। ਮੈਨੂੰ ਪਤਾ ਇਹ ਚੋਣ ਹੁਣ ਇਹਨਾਂ ਦੀ ਬਣ ਚੁੱਕੀ ਹੈ ਤੇ ਇਹ ਇਹਨਾਂ ਦੇ ਇੱਥੇ ਪੁਰਾਣੇ ਸਾਰਿਆਂ ਨਾਲ ਸੰਬੰਧ ਹੈ। ਸਾਰੇ ਇਹਨਾਂ ਦੀ ਇੱਜ਼ਤ ਕਰਦੇ ਆ, ਸਾਰੇ ਇਹਨਾਂ ਦੀ ਰਿਸਪੈਕਟ ਕਰਦੇ ਆ ਤੇ ਪਾਰਟੀ ਨਾਲ ਮੋਢੇ ਨਾਲ ਮੋਢਾ ਲਾ ਕੇ ਜਦ ਕੰਮ ਕਰਾਂਗੇ ਤਾਂ ਸਾਰੇ ਦਿਨ ਬਹੁਤ ਹੈ ਕਰ ਲਾਂਗੇ।